ਕੱਲੇ ਮੋਹਾਲੀ ਜ਼ਿਲ੍ਹੇ ਵਿੱਚ 50,000 ਏਕੜ ਜ਼ਮੀਨ ਸਰਕਾਰ ਦੀ ਵੱਡੇ ਬੰਦਿਆਂ ਨੇ ਦੱਬੀ ਹੋਈ ਸੀ। ਵੱਡਿਆਂ ਦੇ ਕੌਣ ਨਾਮ ਆਉਂਦੇ ਨੇ? ਕੈਪਟਨ ਅਮਰਿੰਦਰ ਸਿੰਘ, ਸ਼ਾਇਦ 1200 ਕਨਾਲ ਕੱਲੇ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਸੀ। ਡੋਂਟ ਥਿੰਕ ਕਿ ਮੈਂ ਕਿਸੇ ਦਾ ਨਾਮ ਲੈ ਰਿਹਾ, ਸਿਰਫ ਤੁਹਾਡੀ ਜਾਣਕਾਰੀ ਵਾਸਤੇ ਦੱਸਦਾ ਕਿ ਕਿਸ ਲੈਵਲ ਦੇ ਆਦਮੀਆਂ ਦੇ ਕੋਲ ਜ਼ਮੀਨ ਸੀ। ਬਾਦਲ ਸਾਹਿਬ ਦਾ ਪਰਿਵਾਰ, ਜਿੱਥੇ ਉਹਨਾਂ ਦਾ ਹੋਟਲ ਵਗੈਰਾ ਬਣਿਆ, ਲਗਭਗ ਇਹਦੇ ਆਲੇ ਦੁਆਲੇ ਹੋਰ ਵੀ ਬਹੁਤ ਉਹਨਾਂ ਦੇ ਕੋਲ ਜ਼ਮੀਨ। ਅਕਾਲੀ ਦਲ ਦੇ ਔਰ ਸਾਡੀ ਮੇਰੀ ਆਪਣੀ ਪਾਰਟੀ ਕਾਂਗਰਸ ਦੇ ਵੱਡੇ ਲੀਡਰ, ਜਿਨ੍ਹਾਂ ਦੇ ਕੋਲ ਸੈਂਕੜੇ ਏਕੜ, ਮਤਲਬ 2-4 ਏਕੜ, 10 ਏਕੜ, 15 ਏਕੜ ਜ਼ਮੀਨ ਨਹੀਂ, ਕਈਆਂ ਕੋਲ 100 150 200 ਕਿੱਲਾ ਜ਼ਮੀਨ ਨਿਊ ਚੰਡੀਗੜ੍ਹ ਦੀ ਪੈਰੀਫਰੀ ਦੇ ਉੱਤੇ, ਨਵੇਂ ਚੰਡੀਗੜ੍ਹ ਜਿਹੜਾ ਮੁੱਲਾਂਪੁਰ ਸਾਈਡ ਦੇ ਉੱਤੇ, ਇੱਥੇ 6 ਲੱਖ ਨੂੰ ਤੁਸੀਂ ਜੇ ਕੁਝ ਵੀ ਨਾ ਕਰੋ ਤੇ 50 ਲੱਖ ਨਾਲ ਵੀ ਜਰਬ ਦਿਓ ਤੁਸੀਂ, ਤਾਂ 3 ਲੱਖ ਕਰੋੜ ਰੁਪਏ ਦੀ ਜ਼ਮੀਨ ਸਰਕਾਰ ਦੀ ਨਜਾਇਜ਼ ਕਬਜ਼ੇ ਦੇ ਵਿੱਚ ਆ। ਇੰਨਾ ਹੀ ਸਾਡਾ ਕਰਜ਼ਾ ਵਾ ਪੰਜਾਬ ਸਰਕਾਰ ਦੇ ਉੱਤੇ, 3 ਲੱਖ ਕਰੋੜ। ਮੇਰੇ ਇਸ ਲਾਈਵ ਦੇ ਨਾਲ ਕੁਝ ਮੇਰੇ ਕੁਲੀਗਸ ਨੂੰ ਵੀ ਤਕਲੀਫ ਹੋਵੇਗੀ, ਪਰ ਦੈਨ ਪੰਜਾਬ ਇਜ਼ ਟੌਪ ਮੋਸਟ ਪ੍ਰਾਇੋਰਿਟੀ। ਜਿੱਦਾਂ ਨਵਜੋਤ ਸਿੰਘ ਸਿੱਧੂ ਕਹਿੰਦਾ ਕਿ ਜੇ ਪੰਜਾਬ ਨੂੰ ਕਿਸੇ ਵੀ ਗੰਦਗੀ ਚੋਂ ਕੱਢਣਾ ਤੇ ਫਿਰ ਉਹਦੇ ਵਾਸਤੇ ਤੇਰਾ ਮੇਰਾ ਨਹੀਂ ਦੇਖਿਆ ਜਾਵੇਗਾ। ਗੱਲ ਇਸ ਤਰ੍ਹਾਂ ਹੈਗੀ ਆ ਕਿ ਜਿਹੜੇ ਨਵੇਂ ਰੂਰਲ ਡਿਵੈਲਪਮੈਂਟ ਤੇ ਪੰਚਾਇਤ ਮਿਨਿਸਟਰ ਬਣੇ ਨੇ ਨਾ, ਕੁਲਦੀਪ ਸਿੰਘ ਧਾਲੀਵਾਲ, ਇਹਨਾਂ ਦਾ ਮੈਂ ਹੁਣ 4-5ਵੀਂ ਵਾਰ ਬਿਆਨ ਪੜਿਆ ਵਾ ਕਿ ਮੈਂ ਪੰਜਾਬ ਦੇ ਵਿੱਚ ਜਿੰਨੀਆਂ ਗੈਰ ਕਾਨੂੰਨੀ ਕਬਜ਼ੇ ਨੇ ਸਰਕਾਰੀ ਜ਼ਮੀਨਾਂ ਤੇ, ਪੰਚਾਇਤ ਜ਼ਮੀਨਾਂ ਤੇ, ਸ਼ਾਮਲਾਟ ਜ਼ਮੀਨ ਤੇ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਨਜਾਇਜ਼ ਕਬਜ਼ੇ ਛਡਵਾਵੇਗੀ। ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਦਾ ਬਹੁਤ ਵੱਡਾ ਕੰਮ ਆਲਰੇਡੀ ਹੋ ਚੁੱਕਾ ਵਾ। ਇਹਦੀ ਇਨਫੋਰਮੇਸ਼ਨ ਸਾਰੀ ਜਿਹੜੀ ਪਬਲਿਕ ਡੋਮੇਨ ਦੇ ਵਿੱਚ ਹੈ, ਸਰਕਾਰ ਦੇ ਕੋਲ ਬਹੁਤ ਈਜ਼ੀਲੀ ਆ। ਤੁਹਾਨੂੰ ਸਭ ਨੂੰ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਇਹ ਇੱਕ ਵਾਰ 2009-10 ਦੇ ਵਿੱਚ ਜਸਟਿਸ ਰਣਜੀਤ ਸਿੰਘ ਰੰਧਾਵਾ, ਜਿਹੜਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਹੈਡ ਕੀਤਾ ਸੀਗਾ ਬੇਅਦਬੀਆਂ ਦਾ ਤੇ ਬਹਿਬਲ ਕਲਾਂ ਦਾ, ਉਹਨਾਂ ਦੀ ਅਦਾਲਤ ਨੇ ਇੱਕ ਹੁਕਮ ਜਾਰੀ ਕੀਤਾ। ਕਿਸੇ ਨੇ ਰਿਟ ਪਟੀਸ਼ਨ ਕੀਤੀ ਸੀ, ਕਿਸੇ ਐਡਵੋਕੇਟ ਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਕੀਤੀ, ਸ਼ਾਇਦ ਉਸ ਐਡਵੋਕੇਟ ਦਾ ਨਾਮ ਸੀ ਕੁਲਦੀਪ ਸਿੰਘ। ਉਹਨਾਂ ਨੇ ਜਸਟਿਸ ਰਣਜੀਤ ਸਿੰਘ ਰੰਧਾਵਾ ਨੇ ਉਸ ਰਿਟ ਪਟੀਸ਼ਨ ਤੇ ਐਕਸ਼ਨ ਲੈਂਦਿਆਂ ਹੁਕਮ ਦੇ ਦਿੱਤੇ ਕਿ ਇੱਕ ਸੁਪਰੀਮ ਕੋਰਟ ਦੇ ਆਨਰੇਬਲ ਜਸਟਿਸ ਰਿਟਾਇਰਡ ਜਸਟਿਸ, ਉਹਨਾਂ ਦਾ ਨਾਮ ਵੀ ਕੁਲਦੀਪ ਸਿੰਘ ਆ, ਜਿਨ੍ਹਾਂ ਨੇ ਡਿਲੀਮਿਟੇਸ਼ਨ ਕੀਤੀ ਸੀ, ਅਖੀਰਲੀ ਜਿਹੜੀ ਡਿਲੀਮਿਟੇਸ਼ਨ ਹੋਈ ਆ ਪਾਰਲੀਮੈਂਟ ਦੀ ਤੇ ਅਸੈਂਬਲੀ ਹਲਕਿਆਂ ਦੀ 2012 ਚ, ਬਹੁਤ ਐਮੀਨੈਂਟ ਜੂਰਿਸਟ, ਮਤਲਬ ਬਹੁਤ ਵੱਡੇ ਪੱਧਰ ਦੇ ਉੱਤੇ ਬਹੁਤ ਸਤਿਕਾਰਯੋਗ ਹਸਤੀ ਜਸਟਿਸ ਕੁਲਦੀਪ ਸਿੰਘ, ਰਿਟਾਇਰਡ ਸੁਪਰੀਮ ਕੋਰਟ ਆਫ ਇੰਡੀਆ ਤੋਂ, ਉਹਨਾਂ ਦੀ ਕਮੇਟੀ ਬਣਾਤੀ, ਉਹਨਾਂ ਦਾ ਕਮਿਸ਼ਨ ਬਣਾਤਾ ਜਸਟਿਸ ਰਣਜੀਤ ਸਿੰਘ ਨੇ ਕਿ ਮੋਹਾਲੀ ਜ਼ਿਲ੍ਹੇ ਵਿੱਚ ਆਇਡੈਂਟੀਫਾਈ ਕਰੋ ਕਿ ਕਿੰਨੇ ਲੋਕਾਂ ਦੇ ਕੋਲ ਨਜਾਇਜ਼ ਜ਼ਮੀਨਾਂ ਨੇ, ਕਿਹੜੇ ਵੱਡੇ ਤਾਕਤਵਰ ਪੋਲੀਟੀਕਲ ਲੋਕ ਨੇ, ਕਿਹੜੇ ਤਾਕਤਵਰ ਵੱਡੇ ਬਿਊਰੋਕਰੈਟਸ ਨੇ। ਤਾਂ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਨੇ ਬਹੁਤ ਇਮਾਨਦਾਰੀ ਨਾਲ ਕੰਮ ਕਰਕੇ ਉਹਨਾਂ ਨੂੰ ਅਸਿਸਟ ਕੀਤਾ ਸੀਗਾ ਇੱਕ ਰਿਟਾਇਰਡ ਸੈਸ਼ਨ ਜੱਜ ਨੇ, ਔਰ ਇੱਕ ਏਡੀਜੀਪੀ ਸੀ ਉਸ ਵਕਤ ਚੰਦਰ ਸ਼ੇਖਰ ਪੰਜਾਬ ਪੁਲਿਸ ਦੇ। ਜਸਟਿਸ ਕੁਲਦੀਪ ਸਿੰਘ ਨੇ ਫਰਦਰ ਇੱਕ ਕਮੇਟੀ ਬਣਾਈ, ਜਸਟਿਸ ਕੁਲਦੀਪ ਸਿੰਘ ਹੁਣਾਂ ਨੇ ਉਹਦੀ IPS ਅਫਸਰ ਚੰਦਰ ਸ਼ੇਖਰ ਦੀ, ਜਿਹੜੇ ਕਿ ਆਪ ਕਾਫੀ ਓਨੈਸਟ ਇਮਾਨਦਾਰ ਆਦਮੀ ਸੀਗੇ, ਕਿ ਤੁਸੀਂ ਆਇਡੈਂਟੀਫਾਈ ਕਰੋ ਸਾਰਾ ਕਿ ਕਿੰਨੀ ਕੱਲੇ ਮੋਹਾਲੀ ਜ਼ਿਲ੍ਹੇ ਵਿੱਚ, ਮੈਂ ਕਹਿ ਰਿਹਾ ਦੁਬਾਰਾ ਸੁਣ ਲਿਓ ਅੱਛੀ ਤਰ੍ਹਾਂ ਨਾਲ, ਕੱਲੇ ਮੋਹਾਲੀ ਜ਼ਿਲ੍ਹੇ ਵਿੱਚ 50,000 ਏਕੜ ਜ਼ਮੀਨ ਸਰਕਾਰ ਦੀ ਵੱਡੇ ਬੰਦਿਆਂ ਨੇ ਦੱਬੀ ਹੋਈ ਸੀ। ਵੱਡਿਆਂ ਦੇ ਕੌਣ ਨਾਮ ਆਉਂਦੇ ਨੇ? ਕੈਪਟਨ ਅਮਰਿੰਦਰ ਸਿੰਘ, ਸ਼ਾਇਦ 1200 ਕਨਾਲ ਕੱਲੇ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਸੀ। ਡੋਂਟ ਥਿੰਕ ਕਿ ਮੈਂ ਕਿਸੇ ਦਾ ਨਾਮ ਲੈ ਰਿਹਾ, ਸਿਰਫ ਤੁਹਾਡੀ ਜਾਣਕਾਰੀ ਵਾਸਤੇ ਦੱਸਦਾ ਕਿ ਕਿਸ ਲੈਵਲ ਦੇ ਆਦਮੀਆਂ ਦੇ ਕੋਲ ਜ਼ਮੀਨ ਸੀ। ਬਾਦਲ ਸਾਹਿਬ ਦਾ ਪਰਿਵਾਰ, ਜਿੱਥੇ ਉਹਨਾਂ ਦਾ ਹੋਟਲ ਵਗੈਰਾ ਬਣਿਆ, ਲਗਭਗ ਇਹਦੇ ਆਲੇ ਦੁਆਲੇ ਹੋਰ ਵੀ ਬਹੁਤ ਉਹਨਾਂ ਦੇ ਕੋਲ ਜ਼ਮੀਨ ਹੈ। ਸੁਮੇਧ ਸਿੰਘ ਸੈਣੀ, ਫਾਰਮਰ DGP, ਬਹੁਤ ਵੱਡੇ IAS ਤੇ IPS ਅਫਸਰਸ, ਬਹੁਤ ਜ਼ਿਆਦਾ ਵੱਡੇ, ਮੈਂ ਹੁਣ ਨਾਮ ਨਹੀਂ ਲੈਂਦਾ, ਮੇਰੇ ਕੋਲ ਸਾਰੀ ਰਿਪੋਰਟ ਦੀ ਕਾਪੀ ਹੈਗੀ ਹੈ। ਇਸੇ ਤਰ੍ਹਾਂ ਹੀ ਪੋਲੀਟੀਕਲ ਪਾਰਟੀਆਂ ਦੇ ਲੀਡਰਸ, ਅਕਾਲੀ ਦਲ ਦੇ ਔਰ ਸਾਡੀ ਮੇਰੀ ਆਪਣੀ ਪਾਰਟੀ ਕਾਂਗਰਸ ਦੇ ਵੱਡੇ ਲੀਡਰ, ਜਿਨ੍ਹਾਂ ਦੇ ਕੋਲ ਸੈਂਕੜੇ ਏਕੜ, ਮਤਲਬ 2-4 ਏਕੜ, 10 ਏਕੜ, 15 ਏਕੜ ਜ਼ਮੀਨ ਨਹੀਂ, ਕਈਆਂ ਕੋਲ 100 150 200 ਕਿੱਲਾ ਜ਼ਮੀਨ ਨਿਊ ਚੰਡੀਗੜ੍ਹ ਦੀ ਪੈਰੀਫਰੀ ਦੇ ਉੱਤੇ, ਨਵੇਂ ਚੰਡੀਗੜ੍ਹ ਜਿਹੜਾ ਮੁੱਲਾਂਪੁਰ ਸਾਈਡ ਦੇ ਉੱਤੇ, ਇੱਥੇ। ਔਰ ਇਸ ਤੋਂ ਅਗਲਾ ਜਿਹੜਾ ਹੈਗਾ ਲੈਂਡ ਸ਼ਾਰਕ ਕਿਹਨੂੰ ਕਹਿੰਦੇ ਨੇ, ਜਿਹੜੇ ਬਹੁਤ ਵੱਡੇ ਪੱਧਰ ਦੇ ਉੱਤੇ ਕੋਲੋਨਾਈਜ਼ ਕਰਦੇ ਨੇ, ਵੱਡੀਆਂ ਬਿਲਡਿੰਗਾਂ, ਸਕਾਈ ਰਾਈਜ਼ ਬਿਲਡਿੰਗਸ ਬਣਾਉਂਦੇ ਨੇ, ਉਹਨਾਂ ਦੇ ਕੋਲ ਇਹ ਜ਼ਮੀਨਾਂ ਨੇ। ਹੁਣ ਤੁਸੀਂ ਇਕੱਲੇ ਮੋਹਾਲੀ ਜ਼ਿਲ੍ਹੇ ਦਾ ਲਾ ਲਓ, ਜਿਹੜੀ ਮੋਹਾਲੀ
ਇਸ ਵਕਤ ਮੋਹਾਲੀ ਸ਼ਹਿਰ ਦੇ ਵਿੱਚ ਜਿਹੜੀ ਸਰਕਾਰੀ ਜ਼ਮੀਨ ਹੋਊ ਜਿਹਦੇ ਤੇ ਸਕਾਈ ਸਕ੍ਰੇਪਰ ਬਿਲਡਿੰਗਸ ਬਣੀਆਂ ਨੇ 20-25 ਬਿਲਡਿੰਗਾਂ ਮੰਜ਼ਲਾ ਬਿਲਡਿੰਗਸ ਬਣੀਆਂ ਨੇ ਜਾਂ ਜ਼ੀਰਕਪੁਰ ਦੇ ਵਿੱਚ ਬਣੀਆਂ ਨੇ ਜਾਂ ਇਹਦੀ ਪੈਰੀਫਰੀ ਤੇ ਬਣੀਆਂ ਨੇ ਤੁਸੀਂ ਅੰਦਾਜ਼ਾ ਲਾਓ ਉਹਨਾਂ ਦੀ ਕੀਮਤ ਕੀ ਹੋਊਗੀ ਪਰ ਏਕੜ ਦੀ ਮੇਰੇ ਹਿਸਾਬ ਦੇ ਨਾਲ ਉੱਥੇ 5-5 ਕਰੋੜ ਦਾ ਏਕੜ ਆ ਜ਼ਮੀਨ ਸਰਕਾਰ ਦੀ ਬਿਲਡਿੰਗਾਂ ਪ੍ਰਾਈਵੇਟ ਪਲੇਅਰਸ ਦੀਆਂ ਜ਼ਮੀਨ ਸਰਕਾਰ ਦੀ ਤੇ ਜ਼ਮੀਨ ਪੋਲੀਟੀਕਲ ਲੀਡਰਸ ਦੇ ਹੱਥਾਂ ਦੇ ਵਿੱਚ ਜ਼ਮੀਨ ਸਰਕਾਰ ਦੀ ਤੇ ਉਹਦੇ ਤੇ ਆਲੀਸ਼ਾਨ ਬੰਗਲੇ ਤੇ ਫਾਰਮ ਹਾਊਸਸ ਬਣੇ ਨੇ ਵੱਡੇ ਵੱਡੇ ਆਈਪੀਐਸ ਤੇ ਆਈਐਸ ਆਫੀਸਰਸ ਦੇ ਔਰ ਇਹ ਸਭ ਕੁਝ ਜਾਣ ਬੁੱਝ ਕੇ ਇਹਦੇ ਤੇ ਪਰਦਾ ਪਾ ਦਿੱਤਾ ਗਿਆ ਸਾਰੀਆਂ ਸਰਕਾਰਾਂ ਨੇ ਪਿਛਲੀਆਂ ਜਿੰਨੀਆਂ ਸਰਕਾਰਾਂ ਲੰਘ ਕੇ ਗਈਆਂ ਇਹ ਸਾਰੀ ਰਿਪੋਰਟ ਪੰਜਾਬ ਸਰਕਾਰ ਦੇ ਕੋਲ ਆ ਔਰ ਇਹਦੀ ਸਾਰੀ ਜਾਣਕਾਰੀ ਜਿਹੜੇ ਏਡੀਜੀਪੀ ਨੇ ਰਿਟਾਇਰਡ ਹੁਣ ਚੰਦਰ ਸ਼ੇਖਰ ਉਹਨਾਂ ਦੇ ਕੋਲ ਆ ਔਰ ਸਾਰੀ ਜਾਣਕਾਰੀ ਜਸਟਿਸ ਕੁਲਦੀਪ ਸਿੰਘ ਜਿਹੜੇ ਰਿਟਾਇਰਡ ਨੇ ਉਹ ਸੁਪਰੀਮ ਕੋਰਟ ਆਫ ਇੰਡੀਆ ਦੇ ਉਹਨਾਂ ਦੇ ਕੋਲ ਆ ਇਹਦੀਆਂ 2 ਵੋਲੂਮਨਸ ਰਿਪੋਰਟ ਸੀਗੀਆਂ ਉਹਦੇ ਤੋਂ ਬਾਅਦ ਜਿਹੜੀ ਚੰਦਰ ਸ਼ੇਖਰ ਨੇ ਐਜ਼ ਐਨ ਆਫਸਰ ਸਾਰੀ ਇਨਕੁਆਇਰੀ ਕੀਤੀ ਉਹਦਾ ਵੀ ਪੁਲੰਦਾ ਸਾਰਾ ਪਿਆ ਹੋਇਆ ਸਰਕਾਰ ਦੇ ਕੋਲ ਵੀ ਆ ਅਗਰ ਮੈਂ ਗਲਤ ਨਾ ਹਾਂ ਤਾਂ ਉਹ ਸਰਕਾਰ ਨੇ ਕਿਸੇ ਢੰਗ ਦੇ ਨਾਲ ਦੁਬਾਰਾ ਹਾਈ ਕੋਰਟ ਦੇ ਵਿੱਚ ਉਸ ਨੂੰ ਠੰਡੇ ਬਸਤੇ ਦੇ ਵਿੱਚ ਪਾਇਆ ਹੋਇਆ ਵਾ ਮੇਰਾ ਇਹ ਮੰਨਣਾ ਵਾ ਕਿ ਇਹ ਜਿਹੜੀ ਜ਼ਮੀਨ ਆ ਇਹ ਤਾਂ ਇਕੱਲੇ ਇੱਕ ਮੋਹਾਲੀ ਡਿਸਟ੍ਰਿਕਟ ਦੀ ਮੈਂ ਗੱਲ ਕਰ ਰਿਹਾ ਆਪਣੇ ਕੁਲਦੀਪ ਸਿੰਘ ਧਾਲੀਵਾਲ ਨੂੰ ਦੱਸਣਾ ਚਾਹੁੰਦਾ ਇਕੱਲੇ ਜ਼ਿਲ੍ਹੇ ਦੀ ਮੇਰੀ ਆਪਣੀ ਅਸੈਸਮੈਂਟ ਆ ਔਰ ਮੇਰੀ ਜਾਣਕਾਰੀ ਵੀ ਆ ਕਿ ਅਗਰ ਇਸੇ ਤਰ੍ਹਾਂ ਹੀ ਜਿਹੜੇ 23 ਰੈਵਨਿਊ ਡਿਸਟ੍ਰਿਕਟਸ ਨੇ ਪੰਜਾਬ ਦੇ ਜਿਹਦੇ ਚ ਲੁਧਿਆਣੇ ਵਰਗਾ ਅੰਮ੍ਰਿਤਸਰ ਸ਼ਹਿਰ ਵਰਗਾ ਜਲੰਧਰ ਵਰਗਾ ਪਟਿਆਲੇ ਵਰਗਾ ਜਿਹੜੇ ਜ਼ਿਲ੍ਹੇ ਨੇ ਇਹਨਾਂ 'ਚ 6 ਲੱਖ ਏਕੜ ਜ਼ਮੀਨ ਸਰਕਾਰ ਦੀ ਉਹਨਾਂ ਸਾਰੇ ਪੰਜਾਬ ਦੇ ਵਿੱਚ ਵੱਡੇ ਵੱਡੇ ਬੰਦਿਆਂ ਦੇ ਕੋਲ ਨੇ ਮਤਲਬ ਉਹਦੇ ਆਫ ਕੋਰਸ ਪੋਲੀਟੀਕਲ ਛੋਟੇ ਬੰਦੇ ਵੀ ਆਉਂਦੇ ਹੋਣਗੇ ਕੋਈ ਬਲਾਕ ਸੰਮਤੀਆਂ ਦੇ ਜ਼ਿਲ੍ਹਾ ਪ੍ਰੀਸ਼ਦ ਸਰਪੰਚ ਵੀ ਆਉਂਦੇ ਹੋਣਗੇ ਪਿੰਡਾਂ ਦੇ ਜਿਹੜੀਆਂ ਪਿੰਡੂ ਜ਼ਮੀਨਾਂ ਉਹ ਤਾਂ ਚਲੋ ਸਸਤੀਆਂ ਨੇ 25-30 ਲੱਖ ਨੂੰ ਏਕੜ ਹੋਊਗੀ ਜਿਹੜੀ ਲੁਧਿਆਣੇ ਸ਼ਹਿਰ ਵਿੱਚ ਹੋਊਗੀ ਫਰਜ਼ ਕਰੋ ਸਰਕਾਰ ਦੀ ਜ਼ਮੀਨ ਹੈ ਉਹ ਕਿੰਨੇ ਨੂੰ ਹੋਊਗੀ 5 ਕਰੋੜ ਨੂੰ 6 ਕਰੋੜ ਨੂੰ ਏਕੜ ਅੰਮ੍ਰਿਤਸਰ ਜਲੰਧਰ ਇਹ ਜੇ ਸਾਰੀਆਂ ਜ਼ਮੀਨਾਂ ਸਰਕਾਰ ਆਇਡੈਂਟੀਫਾਈ ਕਰੇ ਜੇ ਔਸਤਨ 50,000 ਲਾ ਕੇ 23 ਜ਼ਿਲ੍ਹਿਆਂ ਵਿੱਚ ਕਰੋ ਤੁਸੀਂ 6 ਲੱਖ ਏਕੜ ਜ਼ਮੀਨ 6 ਲੱਖ ਨੂੰ ਤੁਸੀਂ ਜੇ ਕੁਝ ਵੀ ਨਾ ਕਰੋ ਤੇ 50 ਲੱਖ ਨਾਲ ਵੀ ਜਰਬ ਦਿਓ ਤੁਸੀਂ ਤਾਂ 3 ਲੱਖ ਕਰੋੜ ਰੁਪਏ ਦੀ ਜ਼ਮੀਨ ਸਰਕਾਰ ਦੀ ਨਜਾਇਜ਼ ਕਬਜ਼ੇ ਦੇ ਵਿੱਚ ਆ ਇੰਨਾ ਹੀ ਸਾਡਾ ਕਰਜ਼ਾ ਵਾ ਪੰਜਾਬ ਸਰਕਾਰ ਦੇ ਉੱਤੇ 3 ਲੱਖ ਕਰੋੜ ਸਾਰਾ ਡੈਟ ਰਾਈਟ ਆਫ ਕੀਤਾ ਜਾ ਸਕਦਾ ਸਾਰਾ ਡੈਟ ਠੀਕ ਆ ਕੁਝ ਲੋਕਾਂ ਨੇ ਜਿਨ੍ਹਾਂ ਨੇ ਹੁਣ ਮਕਾਨ ਬਣਾ ਲਏ ਕੋਠੀਆਂ ਬਣਾ ਲਈਆਂ ਫਾਰਮ ਹਾਊਸ ਬਣਾ ਲਏ ਬਿਲਡਿੰਗਾਂ ਬਣਾ ਲਈਆਂ ਉਹ ਤਾਂ ਹੁਣ ਢੱਠਣ ਸ਼ਾਇਦ ਨਾ ਪਰ ਉਹਨਾਂ ਤੋਂ ਸਰਕਾਰ ਪੈਸੇ ਤਾਂ ਲੈ ਸਕਦੀ ਹੈ ਕਿ ਤੁਸੀਂ ਇਹਦੀ ਸਰਕਾਰ ਦੀ ਕੀਮਤ ਅਦਾ ਕਰੋ ਨਾ ਇਹ ਕੋਈ ਫ੍ਰੀ ਫੰਡ ਵਾਸਤੇ ਤਾਂ ਹੈ ਨਹੀਂ ਗੀਆਂ ਜਿਹੜੀਆਂ ਜ਼ਮੀਨਾਂ ਹਲੇ ਐਗਰੀਕਲਚਰ ਪਰਪਸ ਲਈ ਉਦਾਂ ਪਈਆਂ ਨੇ ਉਹ ਸਾਰੀਆਂ ਛੁਡਵਾਈਆਂ ਜਾ ਸਕਦੀਆਂ ਸਰਕਾਰ ਕੋਲ ਬਹੁਤ ਪਾਵਰਸ ਨੇ ਸੋ ਸਰਕਾਰ ਕੋਲ ਸਾਰੀਆਂ ਕੁਆਸੀ ਜੁਡੀਸ਼ੀਅਲ ਪਾਵਰਸ ਨੇ ਸਰਕਾਰ ਚਾਹੇ ਇੱਕ 6 ਮਹੀਨਿਆਂ ਦੇ ਵਿੱਚ ਇਹ ਨਜਾਇਜ਼ ਕਬਜ਼ੇ ਹਟਾ ਸਕਦੀ ਹੈ ਤਾਂ ਅੰਦਾਜ਼ਾ ਲਾ ਲਓ ਅਗਰ ਕਿਤੇ 6 ਲੱਖ ਏਕੜ ਜ਼ਮੀਨ ਕਿਉਂਕਿ 50,000 ਏਕੜ ਤਾਂ ਇਕੱਲੇ ਮੋਹਾਲੀ ਜਾਂ ਛੋਟਾ ਜ਼ਿਲ੍ਹਾ ਵਾ ਕੰਪੈਰੀਟਿਵਲੀ ਕਿੱਡੇ ਵੱਡੇ ਜ਼ਿਲ੍ਹੇ ਨੇ ਫਿਰੋਜ਼ਪੁਰ ਕਿੱਡੇ ਵੱਡੇ ਜ਼ਿਲ੍ਹੇ ਨੇ ਲੁਧਿਆਣਾ ਕਿੱਡਾ ਜ਼ਿਲ੍ਹਾ ਹੈ ਜਲੰਧਰ ਕਿੱਡਾ ਜ਼ਿਲ੍ਹਾ ਹੈ ਅੰਮ੍ਰਿਤਸਰ ਕਿੱਡਾ ਜ਼ਿਲ੍ਹਾ ਗੁਰਦਾਸਪੁਰ ਜੇ ਇਕੱਲੇ ਮੋਹਾਲੀ ਦੇ ਇੱਕ ਛੋਟੇ ਜ਼ਿਲ੍ਹੇ 'ਚ 50,000 ਏਕੜ ਜ਼ਮੀਨ ਹੋ ਸਕਦੀ ਸਰਕਾਰ ਦੇ ਨਜਾਇਜ਼ ਕਬਜ਼ੇ 'ਚ ਅੰਦਾਜ਼ਾ ਲਾ ਲਓ ਤੁਸੀਂ ਸੋ ਅਗਰ ਕੁਲਦੀਪ ਸਿੰਘ ਧਾਲੀਵਾਲ ਜੈਨੂਅਲੀ ਇੰਟਰਸਟਿਡ ਹੈ ਕਿ ਮੈਂ ਇਹ ਜ਼ਮੀਨ ਛਡਾਉਣੀ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਵਾਕਈ ਇੰਟਰਸਟਿਡ ਹੈ ਕਿਉਂਕਿ ਇਹਨਾਂ ਦੇ ਕਿਸੇ ਦੀ ਨਹੀਂ ਹੈ ਉਹਦੇ ਵਿੱਚ ਇਹ ਛਡਵਾ ਸਕਦੇ ਨੇ ਸ਼ਾਇਦ ਕਾਂਗਰਸ ਦੇ ਲੀਡਰਸ ਅਕਾਲੀ ਦਲ ਦੇ ਲੀਡਰਸ ਨਹੀਂ ਛਡਾਉਣਾ ਚਾਹੁੰਦੇ ਹੋਣਗੇ ਕਿਉਂਕਿ ਉਹਨਾਂ ਦੀ ਸਭ ਦੀਆਂ ਆਪਣੀਆਂ ਜ਼ਮੀਨਾਂ ਆਉਂਦੀਆਂ ਨੇ ਔਰ ਮੇਰੇ ਇਸ ਖੁਲਾਸੇ ਦੇ ਨਾਲ ਮੇਰੇ ਇਸ ਲਾਈਵ ਦੇ ਨਾਲ ਕੁਝ ਮੇਰੇ ਕੁਲੀਗਸ ਨੂੰ ਵੀ ਤਕਲੀਫ ਹੋਵੇਗੀ ਪਰ ਦੈਨ ਪੰਜਾਬ ਇਜ਼ ਟੌਪ ਮੋਸਟ ਪ੍ਰਾਇੋਰਟੀ ਜਿੱਦਾਂ ਨਵਜੋਤ ਸਿੰਘ ਸਿੱਧੂ ਕਹਿੰਦਾ ਕਿ ਜੇ ਪੰਜਾਬ ਨੂੰ ਕਿਸੇ ਵੀ ਗੰਦਗੀ ਚੋਂ ਕੱਢਣਾ ਤੇ ਫਿਰ ਉਹਦੇ ਵਾਸਤੇ ਤੇਰਾ ਮੇਰਾ ਨਹੀਂ ਦੇਖਿਆ ਜਾਵੇਗਾ ਉਹਦੇ ਲਈ ਤਾਂ ਸਿਰਫ ਸਟੇਟ ਦੇ ਇੰਟਰਸਟ ਦੇਖੇ ਜਾਣਗੇ ਔਰ ਇਹ ਇਸ ਕਰਕੇ ਜ਼ਰੂਰੀ ਆ ਕਿ ਇੱਕ ਪਾਸੇ ਅਸੀਂ ਤਰਾ ਕਰ ਰਹੇ ਆ ਸਾਡੇ ਤੇ ਇੰਨਾ ਕਰਜ਼ਾ ਵਾ ਹੁਣ ਭਗਵੰਤ ਮਾਨ ਨੇ ਕਿਹਾ ਕਿ ਅਸੀਂ 25,000 ਨੌਕਰੀਆਂ ਦੇ ਨਹੀਂ ਸਕਣਗੇ ਜੋ ਵਾਕਈ ਦੇਣਾ ਚਾਹੁੰਦੇ ਨੇ ਤਾਂ ਮੈਂ ਕੱਲ ਪਰਸੋਂ ਪੋਸਟ ਪਾਈ ਇੱਕ ਕਿ ਸ਼ਾਇਦ ਲਗਭਗ 5,000 ਦੇ ਕਰੀਬ ਕਾਂਸਟੇਬਲਸ ਦੀ ਭਰਤੀ ਜਿਹੜੀ ਹੋ ਚੁੱਕੀ ਹੋਈ ਹੈ ਸਾਰੇ ਮੈਡੀਕਲ ਸਾਰੇ ਉਹਨਾਂ ਦੇ ਫਿਜ਼ੀਕਲ ਉਹਨਾਂ ਦੇ ਰਿਟਨ ਟੈਸਟ ਹੋ ਚੁੱਕੇ ਨੇ ਉਹਨਾਂ ਦੀ ਮੈਰਿਟ ਬਣ ਚੁੱਕੀ ਸਿਰਫ ਮੈਡੀਕਲ ਕਰਾਉਣਾ ਵਾ ਤੇ 5,000 ਕਾਂਸਟੇਬਲ ਉਹਦੇ ਚ 33% ਲੜਕੀਆਂ ਵੀ ਨੌਕਰੀ ਮਿਲ ਸਕਦੀ ਪਰ ਨਹੀਂ ਕਰ ਸਕਦੇ ਕਿਉਂਕਿ ਕਿੰਨੀਆਂ ਵੱਡੀਆਂ ਤਨਖਾਹਾਂ ਲੱਗਣਗੀਆਂ ਇਹਨਾਂ ਦੀਆਂ ਫਿਰ ਜਿਹੜਾ SSS ਬੋਰਡ ਆ ਸਰਵਿਸਿਜ਼ ਸਿਲੈਕਸ਼ਨ ਸਬਆਰਡੀਨੇਟ ਬੋਰਡ ਆ ਜਿਹੜਾ SSS ਬੋਰਡ ਉਹਨੇ ਜੇਲ੍ਹ ਵਾਰਡਨਸ ਦੀਆਂ ਤੁਹਾਡੇ ਕਲਰਕਸ ਦੀਆਂ ਸ਼ਾਇਦ ਪਟਵਾਰੀਆਂ ਦੀਆਂ ਇਹ ਭਰਤੀਆਂ ਵੀ ਕੁਝ ਹਜ਼ਾਰ
ਕੁਝ ਹਜ਼ਾਰਾਂ ਵਿੱਚ ਉਹ ਵੀ ਪ੍ਰਕਿਰਿਆ ਪੂਰੀ ਹੋਈ ਹੈ, ਲੇਕਿਨ ਹੁਣ ਉਹ ਐਸਐਸ ਬੋਰਡ ਹੀ ਸਰਕਾਰ ਨੇ ਭੰਗ ਕੀਤਾ ਹੋਇਆ ਵਾ। ਇਸੇ ਤਰ੍ਹਾਂ ਹੀ ਬਹੁਤ ਸਾਰੇ ਟੀਚਰਸ, ਬਹੁਤ ਸਾਰੇ, ਕਿਉਂਕਿ ਸਰਕਾਰ ਚੇਂਜ ਹੋਈ, ਚੋਣ ਜਾਬਤਾ ਲੱਗ ਗਿਆ, ਪ੍ਰਕਿਰਿਆ ਪਿਛਲੇ 2 ਸਾਲ ਦੀ ਹੁੰਦੀ ਰਹੀ, ਸਭ ਕੁਝ ਕੰਪਲੀਟ ਹੋ ਗਿਆ, ਉਧਰੋਂ ਚੋਣਾਂ ਆ ਗਈਆਂ, ਭਰਤੀ ਹੋ ਨਹੀਂ ਸਕੀ। ਸੋ ਕਿਹੜੀ ਸਰਕਾਰ ਹੈ ਜਿਹੜੀ ਭਰਤੀ ਨਹੀਂ ਕਰਨਾ ਚਾਹੁੰਦੀ? ਤੁਹਾਡਾ ਖਿਆਲ ਹੈ ਕਾਂਗਰਸ ਦੀ ਤੇ ਅਕਾਲੀ ਦਲ ਦੀ ਸਰਕਾਰ ਭਰਤੀ ਨਹੀਂ ਸੀ ਕਰਨਾ ਚਾਹੁੰਦੇ? ਮੁਲਾਜ਼ਮ ਕਰਨਾ ਚਾਹੁੰਦੇ ਨੇ, ਲੇਕਿਨ ਫਾਈਨੈਂਸ਼ੀਅਲ ਸਿਚੁਏਸ਼ਨ ਆਫ ਦ ਸਟੇਟ ਡਜ਼ ਨਾਟ ਅਲਾਉ them। ਜਿਹੜੀ ਸਟੇਟ ਤੇ 3 ਲੱਖ ਕਰੋੜ ਦਾ ਕਰਜ਼ਾ ਹੋਊਗਾ, 25,000 ਕਰੋੜ ਰੁਪਏ ਸਾਲ ਦਾ ਵਿਆਜ ਭਰੂਗਾ, ਕਿੱਦਾਂ ਨਵੇਂ ਮੁਲਾਜ਼ਮ ਰੱਖ ਲਓ? ਆਹ ਰਾਹ ਜ਼ਰੂਰ ਹੈਗਾ ਕਿ ਜੇ ਸਰਕਾਰੀ ਜ਼ਮੀਨਾਂ ਛਡਾਈਆਂ ਜਾਣ, ਉਹਨਾਂ ਨੂੰ ਮਾਰਕੀਟ ਵੈਲਿਊ ਦੇ ਹਿਸਾਬ ਦੇ ਨਾਲ ਪੈਸੇ ਦੇਣੇ ਪੈ ਜਾਣ। ਬਹੁਤ ਵੱਡੇ ਵੱਡੇ ਬਿਲਡਰਸ ਨੇ ਪੋਲੀਟੀਕਲ, ਮੈਂ ਫਿਰ ਨਾਮ ਨਹੀਂ ਲੈਣਾ ਚਾਹੁੰਦਾ, ਫਿਰ ਉਹ ਦੁੱਖ ਲੱਗਦਾ ਉਹਨਾਂ ਨੂੰ। ਪੋਲੀਟੀਕਲ ਬਿਲਡਰਸ ਨੇ ਜਿਨ੍ਹਾਂ ਨੇ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਬਣਾ ਕੇ ਉੱਥੇ ਸਕਾਈ ਸਕ੍ਰੇਪਰ ਬਿਲਡਿੰਗਸ ਬਣਾਈਆਂ ਹੋਈਆਂ ਨੇ ਮੋਹਾਲੀ ਜ਼ਿਲ੍ਹੇ ਵਿੱਚ। ਇਕੱਲੇ ਮੋਹਾਲੀ ਦਾ ਉਦਾਹਰਨ ਦੇ ਰਿਹਾ ਵਾਂ, ਤੇ ਤੁਸੀਂ ਅੰਦਾਜ਼ਾ ਲਾ ਲਓ ਕਿ 3 ਲੱਖ ਕਰੋੜ ਰੁਪਏ ਦਾ ਕਰਜ਼ਾ ਲੱਥ ਸਕਦਾ ਵਾ ਸਰਕਾਰੀ ਜ਼ਮੀਨਾਂ ਨੂੰ। ਇਹ ਹੁਣ ਮੁਨੱਸਰ ਆਫ ਕੋਰਸ ਉਹਨਾਂ ਦੀ ਕਿੰਨੀ ਕੈਪੈਸਿਟੀ ਆ, ਕਿੰਨੀ ਵਿਲ ਪਾਵਰ ਆ ਉਸ ਮਿਨਿਸਟਰ ਦੀ ਔਰ ਇਸ ਨਵੀਂ ਗਵਰਨਮੈਂਟ ਦੀ। ਇਹ ਕਰ ਸਕਦੇ ਨੇ ਬਿਕੋਜ਼ ਦੇ ਹੈਵ ਨੋ ਵੈਸਟਡ ਇੰਟਰਸਟ। ਜਿਹਨਾਂ ਦਾ ਵੈਸਟਡ ਇੰਟਰਸਟ ਹੁੰਦਾ ਉਹ ਨਹੀਂ ਕਰ ਸਕਦੇ। ਸੋ ਮੈਂ ਉਮੀਦ ਕਰਦਾ ਕਿ ਅੱਜ ਦੇ ਇਸ ਮੁੱਦੇ ਦੇ ਉੱਤੇ ਸਰਕਾਰ ਗੌਰ ਕਰੇਗੀ। ਕੁਲਦੀਪ ਸਿੰਘ ਧਾਲੀਵਾਲ ਨੂੰ ਲਿੰਕ ਮੈਂ ਸਪੈਸ਼ਲੀ ਭੇਜ ਦੂੰ ਉਹਨਾਂ ਦੇ WhatsApp ਤੇ, ਜੇ ਉਹਨਾਂ ਕੋਲ ਟਾਈਮ ਹੋਵੇ ਉਹ ਸੁਣਨ ਔਰ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਕਢਾ ਲੈਣ। ADGP ਰਿਟਾਇਰਡ ਚੰਦਰਸ਼ੇਖਰ ਨੂੰ ਆਪਣੇ ਕੋਲ ਬੁਲਾ ਲੈਣ। ਇੱਕ ਸ਼ਾਇਦ ਮਿਸਟਰ ਗੁਪਤਾ ਸੀਗੇ ਰਿਟਾਇਰਡ ਸੈਸ਼ਨ ਜੱਜ ਜਿਨ੍ਹਾਂ ਨੇ ਅਸਿਸਟ ਕੀਤਾ ਸੀਗਾ ਜਸਟਿਸ ਕੁਲਦੀਪ ਸਿੰਘ ਨੂੰ, ਉਹਨਾਂ ਨੂੰ ਬੁਲਾ ਲੈਣ ਤੇ ਹਾਈ ਕੋਰਟ ਦੇ ਵਿੱਚੋਂ ਸਾਰੀਆਂ ਫਾਈਲਾਂ ਲੈ ਆਉਣ। ਹਾਈ ਕੋਰਟ ਵਿੱਚ ਸਰਕਾਰ ਪੇਸ਼ ਹੋ ਕੇ ਕਵੇ ਕਿ ਅਸੀਂ ਇਸ ਸਾਰੀ ਸਰਕਾਰੀ ਜ਼ਮੀਨ ਦੇ ਨਜਾਇਜ਼ ਕਬਜ਼ੇ ਨੂੰ ਛਡਵਾਵਾਂਗੇ। ਬਸ ਇੱਥੋਂ ਗੱਲ ਸ਼ੁਰੂਆਤ ਹੋ ਜਾਏਗੀ। ਲੱਗ ਸਕਦਾ ਟਾਈਮ 6 ਮਹੀਨੇ, ਸਾਲ, 2 ਸਾਲ, 3 ਸਾਲ, 5 ਸਾਲ, ਬਟ ਜਸਟ ਇਮੈਜਿਨ if we are able to get rid of these illegitimate and illegal encroachments on government owned, panchayat owned lands, ਪੰਜਾਬ ਦੀ ਤਸਵੀਰ ਤੇ ਪੰਜਾਬ ਦਾ ਭਵਿੱਖ ਬਦਲ ਜਾਵੇਗਾ। ਸਾਡੇ ਬੱਚਿਆਂ ਨੂੰ ਸ਼ਾਇਦ, ਮੈਂ ਨਹੀਂ ਕਹਿ ਸਕਦਾ ਡੈਫੀਨਿਟਲੀ, ਜਿਹੜੇ ਵਿਦੇਸ਼ਾਂ 'ਚ ਜਾਂਦੇ ਫਿਰਦੇ ਨੇ, ਲੱਭਦੇ ਨੇ, ਛੋਟੇ ਛੋਟੇ ਜੌਬਸ ਕਰਦੇ ਨੇ ਉੱਥੇ, ਸ਼ਾਇਦ ਉਹਨਾਂ ਦਾ ਛੁਟਕਾਰਾ ਹੋ ਸਕੇ ਅਗਰ ਇਸ ਤਰ੍ਹਾਂ ਦੇ ਅਸੀਂ ਕਦਮ ਜਿਹੜੇ ਨੇ, ਦਲੇਰਾਨਾ ਕਦਮ ਜਿਹੜੇ ਅਸੀਂ ਚੱਕਣ ਵਿੱਚ ਕਾਮਯਾਬ ਹੋ ਜਾਈਏ। ਸਾਡੀ ਸਪੋਰਟ, ਵਿਧਾਨ ਸਭਾ ਦਾ ਸੈਸ਼ਨ ਬੁਲਾਓ, ਅਸੀਂ ਤੁਹਾਡੀ ਸਪੋਰਟ ਕਰਾਂਗੇ ਸਾਰੇ, ਕਿ ਛਡਵਾਓ ਸਾਰੇ ਨਜਾਇਜ਼ ਕਬਜ਼ੇ। ਆਈ ਵਿਲ ਬੀ ਦ ਫਰਸਟ ਵਨ ਟੂ ਕਮ ਫਾਰਵਰਡ ਐਂਡ ਸੇ ਆਲ ਦਿਸ। ਐਂਡ ਮੈਂ ਸਮਝਦਾ ਕਿ ਸਾਰੇ ਕਾਂਗਰਸ ਦੇ ਜਿੰਨੇ MLAs ਨੇ, ਜਿੰਨੇ ਸਾਡੇ ਲੀਡਰਸ ਨੇ, ਉਹਨਾਂ ਨੂੰ ਇਸ ਗੱਲ ਨੂੰ, ਇਸ਼ੂ ਨੂੰ ਉਠਾਉਣਾ ਚਾਹੀਦਾ ਵਾ, ਤਾਂ ਕਿ ਅਸੀਂ ਨਜਾਇਜ਼ ਕਬਜ਼ਿਆਂ ਨੂੰ ਛੁਡਵਾ ਕੇ ਆਪਣੇ ਸੂਬੇ ਨੂੰ ਨਿਜਾਤ ਦਵਾ ਸਕੀਏ। ਤੁਹਾਡਾ ਸਾਰਿਆਂ ਦਾ ਅੱਜ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।